हाँ जी, सत श्री अकाल मेरे प्यारे बच्चों। पिछली क्लास ਵਿੱਚ ਆਪਾਂ ਨੇ ਪੜ੍ਹਿਆ ਸੀ ਵਿਆਕਰਣ। ਅੱਜ ਆਪਾਂ ਪੜਾਂਗੇ ਭਾਸ਼ਾ। ਇਹ ਤੁਹਾਨੂੰ ਛਠੀ ਕਲਾਸ ਵਿੱਚ ਵੀ ਪੜ੍ਹਾਏ ਗਏ ਨੇ, 7ਵੀਂ 'ਚ 8ਵੀਂ 'ਚ, ਇਹ ਹੁਣ 9ਵੀਂ ਤੇ 10ਵੀਂ ਵਿੱਚ ਆਪਾਂ ਦੁਬਾਰਾ ਰਿਵਾਈਜ਼ ਕਰ ਰਹੇ ਹਾਂ। ਦੋਨੋਂ ਕਲਾਸਾਂ ਵਿੱਚ ਕੰਮ ਆਉਣ ਵਾਲਾ ਟੌਪਿਕ ਹੈ ਭਾਸ਼ਾ। ਭਾਸ਼ਾ ਕੀ ਹੁੰਦੀ ਹੈ? ਭਾਸ਼ਾ ਜੋ ਆਪਾਂ ਬੋਲਦੇ ਹੋ ਸਾਡੀ ਭਾਸ਼ਾ ਹੈ। ਜਿਵੇਂ ਕਿ ਤੁਸੀਂ ਹਿੰਦੀ ਬੋਲਦੇ ਹੋ, ਹਿੰਦੀ ਤੁਹਾਡੀ ਭਾਸ਼ਾ ਹੈ। ਮੈਂ ਪੰਜਾਬੀ ਬੋਲਦੀ ਹਾਂ, ਪੰਜਾਬੀ ਮੇਰੀ ਭਾਸ਼ਾ ਹੈ। ਕੁਛ ਅੰਗਰੇਜ਼ੀ ਬੋਲਦੇ ਹਨ, ਅੰਗਰੇਜ਼ੀ ਉਹਨਾਂ ਦੀ ਭਾਸ਼ਾ ਹੈ। ਤਾਂ ਭਾਸ਼ਾ ਕੀ ਹੈ? ਆਪਣੀ ਬੋਲੀ। ਇਸ ਨੂੰ ਭਾਸ਼ਾ ਵੀ ਆਖ ਸਕਦੇ ਹਾਂ ਅਤੇ ਬੋਲੀ ਵੀ ਆਖ ਸਕਦੇ ਹਾਂ। ਠੀਕ ਹੈ, ਤੁਸੀਂ ਇਹਨਾਂ ਨੂੰ ਲਿਖੋਗੇ ਵੀ ਨਾਲ ਨਾਲ। ਜੋ ਤੁਸੀਂ ਪਹਿਲਾਂ ਵਿਆਕਰਣ ਟੌਪਿਕ ਕੀਤਾ ਉਸ ਨੂੰ ਨੋਟਬੁੱਕ 'ਤੇ ਲਿਖ ਲਓ। ਗ੍ਰਾਮਰ ਦੀ ਨੋਟਬੁੱਕ ਤੁਸੀਂ ਅਲੱਗ ਲਗਾਉਣੀ ਹੈ ਅਤੇ ਪਾਠਾਂ ਅਤੇ ਕਹਾਣੀਆਂ ਕਵਿਤਾਵਾਂ ਦੀ ਨੋਟਬੁੱਕ ਅਲੱਗ ਲਗਾਉਣੀ ਹੈ। ਇਹ ਅੱਜ ਆਪਾਂ ਦੂਜਾ ਟੌਪਿਕ ਕਰ ਰਹੇ ਨੇ। ਕੱਲ੍ਹ ਪਹਿਲਾਂ ਕੀਤਾ ਸੀ ਆਪਣੇ ਪਿਛਲੀ ਕਲਾਸ ਵਿੱਚ ਵਿਆਕਰਣ। 9ਵੀਂ ਅਤੇ 10ਵੀਂ ਦੋਨੋਂ ਕਲਾਸਾਂ ਦੇ ਬੱਚਿਆਂ ਲਈ ਇਹ ਜ਼ਰੂਰੀ ਹੈ। ਇਸ ਕਰਕੇ ਨੋਟਬੁੱਕ ਇਹੋ ਜਿਹੀ ਬਣਾਓ ਤੁਹਾਡੀ 9ਵੀਂ ਵਾਲੀ 10ਵੀਂ 'ਚ ਵੀ ਕੰਮ ਆਵੇ ਅਤੇ 10ਵੀਂ ਵਾਲੀ ਅੱਗੇ ਕੰਮ ਆਵੇ। ਠੀਕ ਹੈ, ਅਤੇ ਭਾਸ਼ਾ ਜਾਂ ਬੋਲੀ। ਭਾਸ਼ਾ ਜਾਂ ਬੋਲੀ। ਭਾਸ਼ਾ ਜਾਂ ਬੋਲੀ ਇੱਕ ਇਹੋ ਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਨੂੰ ਦੂਸਰਿਆਂ ਮਨੁੱਖਾਂ ਨਾਲ ਸਾਂਝਾ ਕਰਦਾ ਹੈ। ਕਿ ਜਿਸ ਤਰ੍ਹਾਂ ਹਮ ਬੋਲ ਕੇ ਜਾਂ ਲਿਖ ਕੇ ਆਪਣੀ ਭਾਸ਼ਾ ਦੂਜਿਆਂ ਨਾਲ ਗੱਲਾਂ ਸਾਂਝੀ ਕਰਦੇ ਨੇ, ਉਸ ਨੂੰ ਕੀ ਆਖਦੇ ਨੇ? ਭਾਸ਼ਾ। ਪੁਰਾਣੇ ਸਮੇਂ ਵਿੱਚ ਮਨੁੱਖ ਕੀ ਹੈ? ਪੁਰਾਣੇ ਸਮੇਂ ਵਿੱਚ ਮਨੁੱਖ ਆਪਣੇ ਵਿਚਾਰ ਇਸ਼ਾਰਿਆਂ ਜਾਂ ਤਸਵੀਰਾਂ ਰਾਹੀਂ ਪ੍ਰਗਟ ਕਰਦਾ ਸੀ। ਹੌਲੀ ਹੌਲੀ ਭਾਸ਼ਾ ਦਾ ਅਜੋਕਾ ਰੂਪ ਵਿਕਸਿਤ ਹੋਇਆ ਕਿ ਅਸੀਂ ਲਿਖਣ ਲੱਗੇ, ਬੋਲਣ ਲੱਗੇ। ਲਿਪੀ 'ਤੇ ਵਿਕਸਿਤ ਹੋਣ ਨਾਲ ਭਾਸ਼ਾ ਨੂੰ ਮੌਖਿਕ ਅਤੇ ਲਿਖਿਤ ਰੂਪ ਮਿਲਿਆ। ਇੱਕ ਲਿਪੀ ਸ਼ਬਦ ਆਇਆ, ਇਸ ਨੂੰ ਵੀ ਆਪਾਂ ਵਿਸਤਾਰ ਨਾਲ ਅੱਗੇ ਪੜ੍ਹਾਂਗੇ। ਕੀ ਹੈ? ਪੁਰਾਣੇ ਸਮੇਂ ਵਿੱਚ ਮਨੁੱਖ ਆਪਣੇ ਇਸ਼ਾਰਿਆਂ ਅਤੇ ਤਸਵੀਰਾਂ ਨਾਲ ਆਪਣੀ ਗੱਲਬਾਤ ਦੂਜਿਆਂ ਸਾਹਮਣੇ ਰੱਖਦਾ ਸੀ ਅਤੇ ਹੁਣ ਕੀ ਕਰਦਾ? ਅਸੀਂ ਮੁੱਖ ਤੋਂ ਬੋਲ ਕੇ ਜਾਂ ਲਿਖ ਕੇ ਵੀ ਇਸ ਨੂੰ ਦੂਜੇ ਸਾਹਮਣੇ ਆਪਣੀ ਭਾਸ਼ਾ, ਆਪਾਂ ਆਪਣੇ ਵਿਚਾਰ, ਆਪਣੇ ਮਨ ਦੀ ਗੱਲ ਰੱਖ ਸਕਦੇ ਹਾਂ। ਭਾਸ਼ਾ ਦੀ ਦੋ ਕਿਸਮਾਂ ਹਨ, ਆਮ ਬੋਲਚਾਲ ਦੀ ਭਾਸ਼ਾ, ਇੱਕ ਸਾਹਿਤਕ ਭਾਸ਼ਾ। ਬੋਲਣ ਦੇ ਤਰੀਕੇ ਦੋ ਨੇ, ਮੌਖਿਕ ਅਤੇ ਲਿਖਿਤ। ਮੌਖਿਕ ਹੁੰਦੇ ਜੋ ਮੁੱਖ ਨਾਲ ਬੋਲ ਕੇ ਕਹੀ ਜਾਏ ਅਤੇ ਲਿਖਿਤ ਜੋ ਲਿਖ ਕੇ ਕਹੀ ਜਾਏ। ਲੇਕਿਨ ਕਿਸਮਾਂ ਹਨ ਦੋ, ਆਮ ਬੋਲਚਾਲ ਦੀ ਭਾਸ਼ਾ ਅਤੇ ਸਾਹਿਤਕ ਭਾਸ਼ਾ, ਟਕਸਾਲੀ ਭਾਸ਼ਾ ਵੀ ਆਖਦੇ ਹਨ। ਆਮ ਬੋਲਚਾਲ ਦੀ ਭਾਸ਼ਾ ਕਿਹੜੀ ਹੁੰਦੀ ਹੈ? ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਰੋਜ਼ਾਨਾ ਜ਼ਿੰਦਗੀ ਵਿੱਚ ਆਮ ਤੌਰ 'ਤੇ ਤੁਸੀਂ ਕਰਦੇ ਹੋ, ਉਸ ਨੂੰ ਕੀ ਕੰਮ ਕਹਿੰਦੇ ਨੇ? ਆਮ ਬੋਲਚਾਲ ਦੀ ਭਾਸ਼ਾ। ਇਸ ਵਿੱਚ ਵਿਆਕਰਨਾਂ ਦੇ ਨਿਯਮਾਂ ਦੀ ਪਾਲਣਾ ਕੋਈ ਜ਼ਰੂਰੀ ਨਹੀਂ ਹੁੰਦੀ। ਇਸ ਭਾਸ਼ਾ ਜਾਂ ਬੋਲੀ ਵਿੱਚ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਕੁਝ ਵੇਖਣ ਨੂੰ ਮਿਲਦੀਆਂ ਹਨ। ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਕੁਝ ਵੇਖਣ ਨੂੰ ਮਿਲਦੀਆਂ ਹਨ ਕਿ ਜੋ ਤੁਸੀਂ ਆਪਣੇ ਘਰ ਵਿੱਚ ਭਾਸ਼ਾ ਬੋਲਦੇ ਹੋ, ਇਹ ਤੁਹਾਡੀ ਆਮ ਬੋਲਚਾਲ ਦੀ ਭਾਸ਼ਾ ਹੈ। ਜਦ ਤੁਸੀਂ ਸਕੂਲ ਦਾ ਰੂਪ ਲੈ ਸਕੂਲ ਆ ਜਾਂਦੇ ਹੋ ਅਤੇ ਵਹਾਂ ਤੁਹਾਡੀ ਭਾਸ਼ਾ ਸ਼ੁੱਧ ਰੂਪ ਵਿੱਚ ਆ ਜਾਂਦੀ ਹੈ, ਜਿਸ ਨੂੰ ਕਹਿੰਦੇ ਨੇ ਸਾਹਿਤਕ ਜਾਂ ਟਕਸਾਲੀ ਭਾਸ਼ਾ। ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਲਿਖਣ ਸਮੇਂ ਕੀਤੀ ਜਾਂਦੀ ਹੈ, ਕਿ ਜਿਸ ਨੂੰ ਆਪਾਂ ਸ਼ੁੱਧ ਲਿਖਾਂਗੇ ਤਾਂ ਉਹੀ ਨਾ, ਬੋਲ ਤਾਂ ਆਪਾਂ ਕੁਝ ਵੀ ਸਕਦੇ ਹਾਂ। ਲਿਖਣਾ ਕੀ ਹੈ? ਉਸਨੂੰ ਸ਼ੁੱਧ ਰੂਪ ਵਿੱਚ ਲਿਖਾਂਗੇ। ਮੰਨ ਲਓ ਕਿ ਆਪ ਘਰ ਵਿੱਚ ਕੋਈ ਵਰਡ ਯੂਜ਼ ਕਰਦੇ ਹੋ, ਉਸਨੂੰ ਇੰਝ ਤਾਂ ਨਹੀਂ ਲਿਖ ਸਕਦੇ। ਲਿਖਣ ਲਈ ਤਾਂ ਸਾਹਿਤਕ ਭਾਸ਼ਾ ਦੀ ਜ਼ਰੂਰਤ ਪਵੇਗੀ ਨਾ, ਸਾਫ਼ ਸੁਥਰੀ ਵਿਆਕਰਨਾਂ ਦੇ ਨਿਯਮਾਂ ਨੂੰ ਧਿਆਨ ਰੱਖ ਕੇ ਲਿਖੀ ਜਾਵੇਗੀ। ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਲਿਖਣ ਸਮੇਂ ਕੀਤੀ ਜਾਂਦੀ ਹੈ, ਉਸ ਨੂੰ ਕਹਿੰਦੇ ਨੇ ਸਾਹਿਤਕ ਜਾਂ ਟਕਸਾਲੀ ਭਾਸ਼ਾ। ਇਹ ਵਿਆਕਰਣ ਦੇ ਨਿਯਮ ਵਿੱਚ ਮੰਜੀ ਹੁੰਦੀ ਹੈ ਕਿ ਇਸ ਨੂੰ ਨਿਯਮਾਂ ਵਿੱਚ ਬੰਨ੍ਹ ਕੇ ਬਣਾਇਆ ਜਾਂਦਾ ਹੈ। ਇਸ ਨੂੰ ਸਾਹਿਤਕ ਰਚਨਾ ਇਸੇ ਭਾਸ਼ਾ ਰਾਹੀਂ ਕੀਤੀ ਜਾਂਦੀ ਹੈ। ਕੋਈ ਵੀ ਸਾਹਿਤ ਲਿਖਿਆ ਜਾਵੇ, ਕੋਈ ਵੀ ਕਵਿਤਾ, ਕੋਈ ਕਹਾਣੀ, ਇਸੇ ਭਾਸ਼ਾ, ਸਾਹਿਤਕ ਭਾਸ਼ਾ ਰਾਹੀਂ ਲਿਖੀ ਜਾਏਗੀ। ਠੀਕ ਹੈ ਜੀ, ਅੱਜ ਆਪਾਂ ਨੇ ਪੜ੍ਹਿਆ ਭਾਸ਼ਾ। ਉਸ ਤੋਂ ਬਾਅਦ ਇੱਕ ਟੌਪਿਕ ਹੋਰ ਕਰਵਾਉਂਦੀ ਮੈਂ ਤੁਹਾਨੂੰ, ਛੋਟਾ ਜਿਹਾ ਹੈ, ਲਿਪੀ। ਲਿਪੀ ਦੀ ਪਰਿਭਾਸ਼ਾ। ਭਾਸ਼ਾ ਜਾਂ ਬੋਲੀ ਨੂੰ ਲਿਖਿਤ ਰੂਪ ਦੇਣ ਲਈ ਜਿਹੜੇ ਅੱਖਰਾਂ ਦੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਦੇ ਸਮੂਹ ਨੂੰ ਕੀ ਆਖਦੇ ਹਨ? ਲਿਪੀ। ਹਰ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ। ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ? ਗੁਰਮੁਖੀ। ਇਸੇ ਤਰ੍ਹਾਂ ਹਿੰਦੀ ਭਾਸ਼ਾ ਦੀ ਲਿਪੀ ਹੈ ਦੇਵਨਾਗਰੀ ਅਤੇ ਅੰਗਰੇਜ਼ੀ ਭਾਸ਼ਾ ਦੀ ਲਿਪੀ ਹੈ ਰੋਮਨ ਲਿਪੀ। ਕਿ ਲਿਖਣ ਲਈ ਇੱਕ ਲਿਪੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਹਰ ਭਾਸ਼ਾ ਨੂੰ ਲਿਖਣ ਲਈ। ਪੰਜਾਬੀ ਵਿੱਚ ਕਿਹੜੀ ਲਿਪੀ ਲਿਖੀ ਜਾਂਦੀ ਹੈ? ਗੁਰਮੁਖੀ। ਅਤੇ ਅੰਗਰੇਜ਼ੀ ਵਿੱਚ ਲਿਪੀ ਰੋਮਨ ਅਤੇ ਹਿੰਦੀ ਵਿੱਚ ਦੇਵਨਾਗਰੀ। ਅੱਗੇ ਇਸ ਨੂੰ ਵੰਡਿਆ ਗਿਆ। ਗੁਰਮੁਖੀ ਲਿਪੀ ਦੇ ਅੰਗ ਹੇਠ ਲਿਖੇ ਅਨੁਸਾਰ ਹਨ। ਵਰਣਮਾਲਾ, ਤੁਸੀਂ ਦੇਖਦੇ ਹੋ ਵਰਣਮਾਲਾ ਕੀ ਹੈ? 35 ਅੱਖਰਾਂ ਦੀ, ਅਤੇ ਬਾਅਦ ਵਿੱਚ ਇਸ ਵਿੱਚ 6 ਅੱਖਰ ਹੋਰ ਜੁੜੇ ਸਨ। ਇਸ ਕਰਕੇ ਗੁਰਮੁਖੀ ਜੋ ਵਰਣਮਾਲਾ ਸੀ ਉਹ ਕਿੰਨੇ ਅੱਖਰਾਂ ਵਿੱਚ ਬਣ ਗਈ ਸੀ? 41 ਅੱਖਰਾਂ ਵਿੱਚ। ਮੁੱਖ ਵਰਣ ਊੜਾ, ਐੜਾ, ਈੜੀ, ਸੱਸਾ, ਹਾਹਾ। ਕੱਕਾ ਵਰਗ ਕੱਕਾ, ਖੱਖਾ, ਗੱਗਾ, ਈਆਂ। ਚੱਚਾ ਵਰਗ, ਫਿਰ ਟੈਂਕਾ ਵਰਗ, ਤੱਤਾ ਵਰਗ, ਪੱਪਾ ਵਰਗ। ਉਸ ਤੋਂ ਬਾਅਦ ਅੰਤਿਮ ਵਰਗ ਹੈ ਯਈਆ, ਰਾਰਾ, ਲੱਲਾ, ਵਾਵਾ, ਡਾੜਾ। ਨਵੀਨ ਵਰਗ ਜੋ ਨਇਆ 35 ਅੱਖਰਾਂ ਤੋਂ ਬਾਅਦ ਜੋ 6 ਅੱਖਰ ਜੁੜੇ ਨੇ, ਉਹ ਇਹਨਾਂ ਵਿੱਚੋਂ ਹੀ ਨਿਕਲੇ ਹਨ। ਸੱਸਾ ਪੈਰ ਬਿੰਦੀ, ਖੱਖਾ ਪੈਰ ਬਿੰਦੀ, ਗੱਗਾ ਪੈਰ ਬਿੰਦੀ, ਜੱਜਾ ਪੈਰ ਬਿੰਦੀ, ਫੱਫਾ ਪੈਰ ਬਿੰਦੀ ਅਤੇ ਲੱਲਾ ਪੈਰ ਬਿੰਦੀ। ਠੀਕ ਹੈ ਜੀ, ਤੁਸੀਂ ਭਾਸ਼ਾ ਕਿਸ ਨੂੰ ਆਖਦੇ ਹਨ ਅਤੇ ਲਿਪੀ ਕਿਸ ਨੂੰ ਆਖਦੇ ਹਨ? ਇਸ ਨੂੰ ਆਪਣੀ ਨੋਟਬੁੱਕ 'ਤੇ ਲਿਖੋਗੇ ਅਤੇ ਮੇਰੇ ਕੋਲ ਸੈਂਡ ਕਰੋਗੇ। 9th 10th ਦੋਨੋਂ ਕਲਾਸਾਂ ਦੇ ਵਿੱਚ ਇਸ ਟੌਪਿਕ ਨੂੰ ਲਿਖਣਗੇ। ਧੰਨਵਾਦ।